ਸੋ ਕੈਪਟਨ ਅਮਰਿੰਦਰ ਸਿੰਘ ਸਾਰਾਗੜੀ ਦਿਵਸ ਦੇ ਉੱਤੇ ਸੰਬੋਧਿਤ ਕਰ ਰਹੇ ਨੇ, ਸੁਣਦੇ ਆ ਕੀ ਕੁਝ ਕਹਿ ਰਹੇ ਨੇ। ਉਸ ਦੇ ਉੱਪਰ ਬਹੁਤ ਪਠਾਣਾ ਦੇ ਪਿੰਡ ਸੇ ਔਰ ਉੱਥੇ ਇਹ ਇੱਕ ਕਈ ਸਾਡੇ ਕਿਲੇ ਬਣੇ ਹੋਏ ਸੇ। ਉੱਥੇ ਇੱਕ ਸਮੇਂ ਆਇਆ 1897 ਵਿੱਚ ਕਿ ਉੱਥੇ ਦੇ ਕੁਝ ਧਾਰਮਿਕ ਲੋਕਾਂ ਨੇ ਉੱਠ ਕੇ ਉੱਥੇ ਹਲਚਲ ਸ਼ੁਰੂ ਕਰ ਦਿੱਤੀ ਔਰ ਉਸ ਹਲਚਲ ਵਿੱਚ ਫਿਰ ਗਵਰਨਮੈਂਟ ਆਫ ਇੰਡੀਆ ਨੇ ਇੱਕ ਫੋਰਸ ਭੇਜੀ ਜਨਰਲ ਲੌਕਹਾਰਟ ਦੇ ਅਧੀਨ ਕਿ ਜਾ ਕੇ ਉਹਨਾਂ ਨੂੰ ਕਾਬੂ ਕਰੋ ਉੱਥੇ। ਔਰ ਉਹ ਫੋਰਸ 4 ਕਾਲਮਾਂ 'ਚ ਗਈ ਔਰ ਮੈਨੂੰ ਖੁਸ਼ੀ ਹੈ ਕਹਿੰਦੇ ਕਿ ਉਹ ਚਾਰੋਂ ਕਾਲਮਾਂ ਦੇ ਵਿੱਚ ਇੱਕ ਸਾਡੀ ਸਿੱਖ ਪਲਟਨ ਉਹਦੇ ਵਿੱਚ ਕੱਲੇ ਦੇ ਵਿੱਚ ਸੀ। ਫਸਟ ਸਿੱਖ ਉਦੋਂ ਸੀ 14 ਫਿਰੋਜ਼ਪੁਰ, ਸੈਕੰਡ ਜੋ ਮੇਰੀ ਸੀ ਉਹ ਸੀ 15 ਲੁਧਿਆਣਾ, ਥਰਡ ਜੋ 53 ਸੀ 45 ਸੀ ਉਹ ਸੀ ਰੈਟਰੀਜ਼, ਔਰ 4 ਨੰਬਰ ਜੋ ਅੱਜ ਹੈ 4 ਸਿੱਖ ਉਹ ਸੀ 36 ਨੰਬਰ। ਔਰ ਉਹਨਾਂ ਨੇ ਡਿਫੈਂਸ ਕੀਤੀ। ਥਰਡ ਸਿੱਖ ਨੂੰ ਭੇਜ ਦਿੱਤਾ ਚਕਦਾਰਾ ਡਿਫੈਂਸ ਵਾਸਤੇ, ਉਹ ਕਿਲਾ ਸੀ ਉੱਥੇ। ਫਸਟ ਸਿੱਖ ਗਈ ਚਤਰਾਲ ਦੇ ਡਿਫੈਂਸ ਵਾਸਤੇ। ਸੈਕੰਡ ਸਿੱਖ ਗਈ ਮਲਾਕੰਡ ਦੇ ਉੱਪਰ ਜਿੱਥੇ ਕਿਲੇ ਲਿੱਤੇ ਗਏ ਸੇ ਅਫਰੀਦੀਆਂ ਔਰ ਔਰਕਜ਼ਾਈਆਂ ਦੇ, ਉਹਨਾਂ ਨੂੰ ਵਾਪਸ ਲੈਣ ਵਾਸਤੇ। ਔਰ ਖੱਬੇ ਪਾਸੇ ਜਦੋਂ ਇੱਕ ਔਰਮ ਜਾ ਰਹੀ ਸੀ ਉੱਪਰ ਮਲਾਕੰਡ ਦੇ ਸਾਈਡ ਖੱਬੇ ਪਾਸੇ ਨੂੰ ਇੱਕ ਬੜੀ ਵੈਲੀ ਜਾਂਦੀ ਸੀ ਜਿਹੜੀ ਜਾਂਦੀ ਸੀ ਅੱਗੇ। ਔਰ ਇਹਨਾਂ ਦੀ ਜਨਰਲ ਲੌਕਹਾਰਟ ਦਾ ਇਹ ਫੈਸਲਾ ਸੀ ਕਿ ਉਸ ਵੈਲੀ ਦੇ ਅਖੀਰ 'ਚ ਜਾ ਕੇ ਸੱਜੇ ਪਾਸੇ ਨੂੰ ਇੱਕ ਪਾਸ ਚੱਲਦਾ ਸੀ ਚਗਰਾ ਕੋਟਲੂ ਪਾਸ, ਉਹਦੇ ਰਾਹੀਂ ਜਾ ਕੇ ਇਹ ਪਠਾਣਾ ਦੇ ਗੜ੍ਹ ਦੇ ਵਿੱਚ ਜਾ ਕੇ ਉੱਥੇ ਆਪਣੀ ਫੋਰਸ ਨੂੰ ਲੈ ਕੇ ਜਾਣ। ਸੱਜੇ ਪਾਸੇ ਸੀ ਸਮਾਣਾ ਰਿਜ ਔਰ ਖੱਬੇ ਪਾਸੇ ਸੀ ਦਰਗਾਈ ਫੀਚਰ ਜਿੱਥੇ ਇੱਕ ਬ੍ਰਿਗੇਡ ਦੀ ਬੈਟਲ ਚੱਲ ਰਹੀ ਸੀ ਦਰਗਾਈ। 4 ਵਿਕਟੋਰੀਆ ਕ੍ਰਾਸ ਮਿਲੇ ਉਸ ਬੈਟਲ ਦੇ ਵਿੱਚ। ਔਰ ਇਹ ਸੱਜੇ ਪਾਸੇ ਇਸ ਨਾਲੇ ਦੇ ਸਮਾਣਾ ਰਿਜ ਸੀ ਜਿੱਥੇ 2 ਕਿਲੇ ਸੇ, ਇੱਕ ਲੌਕਹਾਰਟ ਔਰ ਇੱਕ ਗੁਲਿਸਤਾਨ। ਔਰ ਇਹ 4 ਸਿੱਖ ਨੂੰ 36 ਨੰਬਰ ਨੂੰ ਦਿੱਤੀ ਗਈ ਸੀ ਡਿਫੈਂਸ ਵਾਸਤੇ। ਹੁਣ ਲੌਕਹਾਰਟ ਔਰ ਗੁਲਿਸਤਾਨ ਦੇ ਦਰਮਿਆਨ ਕੋਈ ਉਹਨਾਂ ਦੀ ਨਿਗਾਹ ਦਾ ਕੰਟੈਕਟ ਨਹੀਂ ਸੀ, ਆਈ ਕੰਟੈਕਟ ਨਹੀਂ ਸੀ, ਕਿਉਂਕਿ ਵਿੱਚ ਪਹਾੜੀ ਆਉਂਦੀ ਸੀ। ਤੇ ਉਸ ਪਹਾੜੀ ਦੇ ਉੱਪਰ ਜਾ ਕੇ ਇੱਕ ਕਿਲਾ ਬਣਾਇਆ, ਇੱਕ ਆਬਜ਼ਰਵੇਸ਼ਨ ਪੋਸਟ ਬਣਾਈ ਜਿਹਦਾ ਨਾਂ ਸੀ ਸਾਰਾਗੜੀ। ਔਰ ਉਹਨਾਂ ਦਾ ਕੰਮ ਸੀ ਇੱਕ ਦਾ ਨੈਚੁਰਲੀ ਉਸ ਏਰੀਆ ਦਾ ਡਿਫੈਂਸ, ਇੱਕ ਪਲਟੂਨ ਦਾ ਪੋਜੀਸ਼ਨ ਸੀ ਉਹ ਰੱਖਣ ਨੂੰ, ਔਰ ਨਾਲੇ ਦੂਸਰਾ ਕਮਿਊਨੀਕੇਸ਼ਨ ਗੁਲਿਸਤਾਨ ਔਰ ਲੌਕਹਾਰਟ ਦੇ ਦਰਮਿਆਨ ਕਮਿਊਨੀਕੇਸ਼ਨ ਪੋਸਟ ਸੀਗਾ ਇਹ ਦੇਖਣ ਵਾਸਤੇ। ਔਰ ਪਤਾ ਜਦੋਂ ਖਬਰ ਆਈ ਕਿ ਉਧਰਲੇ ਪਾਸਿਓਂ ਬੜੇ ਇਕੱਠੇ ਹੋ ਰਹੇ ਨੇ ਅਫਰੀਦੀ ਔਰ ਔਰਕਜ਼ਾਈ, ਉਹਨਾਂ ਨੇ ਫਿਰ 4 ਸਿੱਖ ਨੂੰ ਇੱਥੇ ਭੇਜਿਆ ਔਰ ਦੋਨੋਂ ਕੋਈ 165 ਜਵਾਨ ਸੇ ਮੇਜਰ ਡੇਵੋ ਦੇ ਕੋਲ ਗੁਲਿਸਤਾਨ 'ਚ, ਬਾਕੀ ਕਰਨਲ ਹੌਟਨ ਜੋ ਉਹਨਾਂ ਦੇ ਕਮਾਂਡਿੰਗ ਆਫਿਸਰ ਸੇ ਉਹ ਲੌਕਹਾਰਟ ਦੇ ਵਿੱਚ ਸੇ। ਔਰ ਕਰਨਲ ਹੌਟਨ ਨੇ ਹੌਲਦਾਰ ਈਸ਼ਰ ਸਿੰਘ ਨੂੰ ਔਰ 22 ਬੰਦੇ ਭੇਜੇ, 21 ਆਪਣੀ ਪਲਟਨ ਦੇ ਜਵਾਨ ਔਰ ਇੱਕ ਉਹਨਾਂ ਦਾ NCE ਨਾਨ ਕੰਪੀਟੈਂਟ ਇਨਰੋਲਡ ਜਿਹੜਾ ਉਹਨਾਂ ਦਾ ਲੰਗਰ ਚਲਾ ਰਿਹਾ ਸੀਗਾ, ਉਹਦਾ ਨਾਮ ਸੀ ਸਿਪਾਹੀ ਦਾਦ। ਸੋ ਇਹ ਉੱਥੇ ਸੀ ਜਦੋਂ ਸਵੇਰੇ ਦਾ ਵੇਲਾ ਆਇਆ। ਜਦੋਂ 12 ਸਤੰਬਰ ਨੂੰ ਅੱਜ ਦੇ ਦਿਨ ਸਵੇਰੇ 9 ਵਜੇ ਤੇ ਥੋੜ੍ਹਾ ਪਹਿਲਾਂ ਇੱਕ ਚਿੱਟੀ ਝੰਡੀ ਦੇ ਹੇਠ ਆਇਆ ਪਠਾਨ ਲੀਡਰ ਔਰ ਕਹਿੰਦਾ ਤੁਸੀਂ ਇਹ ਖਾਲੀ ਕਰੋ। ਤੇ ਈਸ਼ਰ ਸਿੰਘ ਨੇ ਉਹਨੂੰ ਭਜਾਤਾ ਉੱਥੋਂ ਠੇਠ ਪੰਜਾਬੀ 'ਚ। ਔਰ ਉਸ ਤੋਂ ਬਾਅਦ ਫਿਰ 2 ਬੰਦੇ ਫੇਰ ਆਏ ਪਠਾਨ ਔਰ ਇਸ ਦਾਦ ਨੂੰ ਬੁਲਾਇਆ ਉਹਨਾਂ ਨੇ ਬਾਹਰ ਕਿ ਤੂੰ ਇੱਥੇ ਮਰੇਂਗਾ ਕਿਉਂ, ਤੂੰ ਚੱਲ ਸਾਡੇ ਨਾਲ। ਉਹਨਾਂ ਨੇ ਉਹਨਾਂ ਨੂੰ ਭਜਾਤਾ। ਉਹ ਰਿਸ਼ਤੇਦਾਰ ਸੇ, ਦਾਦ ਦਾ ਪਿੰਡ ਉਹਦੇ ਨੇੜੇ ਹੀ ਸੀ, ਉੱਥੇ ਕਿਤੇ 1.5 ਮੀਲ ਦੇ ਦਰਮਿਆਨ ਹੀ, ਔਰ ਉਹ ਜਾਣਦੇ ਸੇ ਕੌਣ ਹੈ। ਔਰ ਉਹਨਾਂ ਨੇ ਭਜਾਤਾ ਕਿ ਮੈਂ ਤਾਂ ਆਪਣੀ ਪਲਟਨ ਦੇ ਨਾਲ ਹੀ ਰਹੂੰਗਾ। ਔਰ ਉਹ ਚਲੇ ਗਏ। ਔਰ ਫਿਰ 9 ਵਜੇ ਦੇ ਕਰੀਬ ਪਹਿਲਾ ਹਮਲਾ ਹੋਇਆ। ਔਰ ਇਹਨਾਂ ਨੇ ਜਦੋਂ ਘੇਰਾ ਪੈ ਰਿਹਾ ਸੀ, ਘੇਰਾ ਪੂਰੀ ਤਰਫ ਤੋਂ, ਹਵਲਦਾਰ ਈਸ਼ਰ ਸਿੰਘ ਨੇ ਇੱਕ ਸਿਗਨਲ ਭੇਜਿਆ। ਸਿਗਨਲਰ ਸੀ ਸਿਪਾਹੀ ਗੁਰਮੁਖ ਸਿੰਘ, ਉਹਦੇ ਰਾਹੀਂ ਕਿ ਅਸੀਂ ਘੇਰੇ 'ਚ ਆ ਰਹੇ ਹਾਂ, ਤੁਸੀਂ ਹੁਕਮ ਦਿਓ। ਹੁਕਮ ਦਿੱਤਾ ਕਿ ਤੂੰ ਆਪਣੀ ਪੋਜੀਸ਼ਨ ਹੋਲਡ ਕਰ ਔਰ ਤੂੰ ਹਿੱਲਣਾ ਨਹੀਂ ਉੱਥੋਂ। ਔਰ ਉਹਨੇ ਫਿਰ ਪਤਾ ਲੱਗਿਆ ਕਿ ਹੁਣ ਤਾਂ ਮੇਰੇ ਅੰਤਮ ਦਿਨ ਆ ਗਏ ਨੇ। ਉਹਨੇ ਆਪਣੀ ਡਿਫੈਂਸ ਜੋ ਕੁਝ ਕਰ ਸਕਦਾ ਸੀ ਉਹਦੇ ਵਿੱਚ ਆਪਣੇ ਜਵਾਨਾਂ ਨੂੰ ਸਾਰਿਆਂ ਨੂੰ ਲਾਇਆ ਔਰ ਉਹ ਜੰਗ ਸ਼ੁਰੂ ਹੋਇਆ 9 ਵਜੇ ਔਰ 3:45 ਵਜੇ ਤੱਕ ਇਹ ਜੰਗ ਚੱਲਿਆ। ਐਮੂਨੀਸ਼ਨ ਇਹਨਾਂ ਕੋਲ ਇੰਨਾ ਜ਼ਿਆਦਾ ਨਹੀਂ ਸੀ। 100 राउंड से पाउच एमिनेशन और 400 राउंड पर पर्सन
ਇੱਕ ਬੰਦੇ ਦੇ ਵਾਸਤੇ ਪਲਟੂਨ ਰਿਜ਼ਰਵ ਸੀ ਔਰ ਇਹਨਾਂ ਨੇ ਇਹ 500 ਰਾਉਂਡ ਇੱਕ ਜਵਾਨ ਦੇ ਕੋਲ ਸੀ ਔਰ ਉਹ ਜਦੋਂ 12-1 ਵਜੇ ਦੇ ਕਰੀਬ ਕਿਹਾ ਕਿ ਸਾਡਾ ਐਮੂਨੀਸ਼ਨ ਘੱਟ ਰਿਹਾ ਹੈ, ਤੁਸੀਂ ਸਾਨੂੰ ਕੋਈ ਹੈਲਪ ਭੇਜੋ, ਐਮੂਨੀਸ਼ਨ ਭੇਜੋ। ਕੋਸ਼ਿਸ਼ ਕੀਤੀ ਕਰਨਲ ਹੌਟਨ ਨੇ 2-3 ਵਾਰ ਬੰਦਿਆਂ ਨੂੰ ਭੇਜਣ ਦੀ, ਲੇਕਿਨ ਪਹੁੰਚ ਨਹੀਂ ਸਕੇ। ਘੇਰਾ ਬੜਾ ਇਹਨਾਂ ਦਾ ਪਿਆ ਹੋਇਆ ਸੀ ਔਰ ਕਜ਼ਾਈਆਂ ਦਾ ਔਰ ਅਫਰੀਦੀਆਂ ਦਾ। ਤੋ ਇਹਨਾਂ ਨੂੰ ਪਤਾ ਲੱਗਿਆ ਫਿਰ ਖਬਰਦਾਰੀ ਸ਼ਰੀ ਨੂੰ ਕਿ ਬਸ ਹੁਣ ਅੰਤਮ ਟਾਈਮ ਆ ਗਿਆ ਹੈ ਤੇ ਉਹਨੇ ਬੈਨੇਟ ਫਿਕਸ ਕਰਾਏ ਔਰ ਇਹ ਉਦੋਂ ਹਵਾ ਚੱਲੀ ਇੱਕ ਪਾਸਿਓਂ ਤੇ ਘਾਹ ਨੂੰ ਫੂਕ ਕੇ ਉਹ ਜਦੋਂ ਧੂੰਆਂ ਉਧਰੋਂ ਆ ਰਿਹਾ ਸੀ ਤਾਂ ਇੱਕ ਸਮੋਕ ਸਕਰੀਨ ਜੀ ਬਣ ਗਈ ਸੀਗੀ। ਉਦੋਂ ਪਠਾਨਾਂ ਨੇ ਹਮਲਾ ਕੀਤਾ, ਤੋੜਨ ਦੀ ਕੋਸ਼ਿਸ਼ ਕੀਤੀ ਦਰਵਾਜ਼ੇ ਦੀ, ਗੋਲੀਆਂ ਚੱਲੀਆਂ, ਲੜਾਈ ਚੱਲਦੀ ਰਹੀ ਔਰ 3:45 ਵਜੇ ਦੇ ਕਰੀਬ 3:30 ਦੇ ਕਰੀਬ ਗੁਰਮੁਖ ਸਿੰਘ ਸਾਰੇ ਸ਼ਹੀਦ ਹੋ ਗਏ ਸੀ। ਗੁਰਮੁਖ ਸਿੰਘ ਨੇ ਆਪਣੀ ਲਾਸਟ ਸਿਗਨਲ ਕੀਤੀ ਕਰਨਲ ਹੌਟਨ ਨੂੰ ਕਿ ਹੁਣ ਸਾਰੇ ਆ ਗਏ ਨੇ ਅੰਦਰ ਔਰ ਸਾਰੇ ਸ਼ਹੀਦ ਹੋ ਗਏ ਨੇ। ਹੁਣ ਮੈਂ ਹੁਕਮ ਚਾਹੁੰਦਾ ਤਾਂ ਉੱਥੋਂ ਕਿ ਮੈਂ ਆਪਣਾ ਸਿਗਨਲ ਇਕੁਇਪਮੈਂਟ ਹੀਲੀਓ ਹੁੰਦਾ ਸੀ ਜਿਹੜੀ ਉਹ ਇਸਤੇਮਾਲ ਕਰਦੇ ਸੀ, ਉਹਨੂੰ ਰੱਖਦਾ ਔਰ ਆਪਣੀ ਰਾਈਫਲ ਚੱਕਦਾ। ਤੇ ਉਹਨਾਂ ਨੂੰ ਹੁਕਮ ਉਹਨੂੰ ਦੱਸਤਾ ਦਿੱਤਾ ਗਿਆ ਕਿ ਤੂੰ ਹਾਂ ਆਪਣੀ ਰਾਈਫਲ ਚੱਕ ਲੈ। ਔਰ ਅਖੀਰਲਾ ਬੰਦਾ ਜਿਹੜਾ ਉੱਥੇ ਸ਼ਹੀਦ 2 ਹੋਏ, ਇੱਕ ਦਾਦ ਦੀ ਸਮਝਣ ਵਾਲੀ ਗੱਲ ਹੈ ਕਿ ਉਦੋਂ NCCs ਨੂੰ ਹੁਕਮ ਨਹੀਂ ਸੀ ਬੰਦੂਕ ਚੱਕਣ ਦਾ, ਲੇਕਿਨ ਜਦੋਂ ਉਹਨੇ ਦੇਖੇ ਕਿ ਸਾਰੇ ਕਿਤੇ ਸ਼ਹੀਦ ਹੋ ਗਏ ਨੇ, ਉਹਨੇ ਚੱਕ ਲਈ ਬੰਦੂਕ। ਔਰ ਜੋ ਰਿਕਾਰਡ ਦੇ ਮੁਤਾਬਿਕ ਹੈ ਕਿ ਉਸਨੇ 5 ਅਫਰੀਦੀਆਂ ਨੂੰ ਮਾਰਿਆ ਔਰ ਫਿਰ ਉਹ ਆਪ ਸ਼ਹੀਦ ਹੋਇਆ। ਗੁਰਮੁਖ ਸਿੰਘ ਵੀ ਥੱਲੇ ਆ ਗਿਆ, ਉਹ ਵੀ ਅਖੀਰਲੇ ਵਿੱਚ ਸ਼ਹੀਦ ਹੋ ਗਿਆ। ਫਿਰ ਇਹਨਾਂ ਨੇ ਅੱਗੋਂ ਗੁਲਾਤੀ ਇਹ ਜਿਹੜੇ ਅਫਰੀਦੀ ਔਰ ਕਜ਼ਾਈ ਨੇ ਔਰ ਉਹ ਕਿਲਾ ਫੂਕਤਾ, ਸਿਰਫ ਪੱਥਰ ਦੀ ਦੀਵਾਰਾਂ ਖੜੀਆਂ ਰਹਿ ਗਈਆਂ, ਸਭ ਕੁਝ ਬਾਕੀ ਫੂਕਤਾ ਉਸਦਾ। ਇਹ ਸੀ ਬਹਾਦਰੀ। ਇੱਕ ਬਾਰ ਇਹਨਾਂ ਨੂੰ ਕਿਹਾ ਗਿਆ ਤੁਸੀਂ ਆਪਣੇ ਹਥਿਆਰ ਰੱਖ ਦਿਓ, ਇੱਕ ਬੰਦਾ ਨਹੀਂ ਉਹਦੇ ਵਾਸਤੇ ਤਿਆਰ ਹੋਇਆ, ਮਰੇ, ਸ਼ਹੀਦ ਹੋਏ। ਔਰ 10ਵੇਂ ਪਾਤਸ਼ਾਹ ਦੇ ਹੁਕਮਾਂ ਤੇ ਜਦ ਆਗ ਕੀ ਅਵਧ ਨਿਦਾਨ ਬਣੇ ਤਾਂ ਅਤ ਹੀ ਰਣ ਮੇ ਤਬ ਜੂਝ ਮਰੂ, ਕਿ ਮੇਰਾ ਜਦੋਂ ਇਹ ਅਕਾਲ ਪੁਰਖ ਅਖੀਰਲਾ ਸਮੇਂ ਆਉਂਦਾ ਹੈ ਜੰਗ ਵਿੱਚ ਮੈਂ ਸ਼ਹੀਦ ਹੋਵਾਂ। ਇਹ ਸਾਡੀ ਸਿੱਖ ਰੈਜੀਮੈਂਟ ਦਾ ਅੱਜ ਅਸੀਂ ਅਰਦਾਸ ਕਰਦੇ ਹਾਂ ਜਦੋਂ ਵੀ ਅਸੀਂ ਕਿਤੇ ਵੀ ਜਾਂਦੇ ਹਾਂ। ਔਰ ਮੈਨੂੰ ਬੜੀ ਖੁਸ਼ੀ ਹੈ ਅੱਜ ਕਿ ਮੈਂ 4 ਸਿੱਖ ਦੇ 36 ਨੰਬਰ ਮੈਂ ਕਹਿੰਦਾ ਉਹਨੂੰ 36 ਨੰਬਰ ਦੇ ਇਸ ਦਿਹਾੜੇ ਤੇ ਮੈਂ ਤੁਹਾਡੇ ਨਾਲ ਹੈ। ਪਹੁੰਚਣਾ ਮੈਨੂੰ ਚਾਹੀਦਾ ਸੀ, ਲੇਕਿਨ ਰਾਤ ਹੀ ਇੱਥੇ ਬਾਰਿਸ਼ ਪੈ ਰਹੀ ਹੈ, ਨਹੀਂ ਚੰਡੀਗੜ੍ਹ ਵਿੱਚ ਹੈਲੀਕਾਪਟਰ ਨਹੀਂ ਜਾ ਸਕਦਾ ਸੀ ਅੱਜ, ਨਹੀਂ ਮੈਂ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਦਾ ਤੁਹਾਡੇ ਕੋਲ। ਇੰਨਾ ਹੀ ਮੈਂ ਕਹਿ ਸਕਦਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਦਿਨ ਨੂੰ ਆਪਾਂ ਮਨਾ ਰਹੇ ਹਾਂ। ਜਦੋਂ ਕੋਈ ਸਿੰਘ ਸ਼ਹੀਦ ਹੁੰਦਾ ਖੁਸ਼ੀ ਮਨਾਉਂਦੇ ਹੁੰਦੇ ਆਪਾਂ। ਔਰ 100 ਇੰਨੇ ਜੈਸੇ ਬ੍ਰਿਗੇਡੀਅਰ ਸਾਹਿਬ ਨੇ ਤੁਹਾਨੂੰ ਦੱਸਿਆ ਕਿੰਨੇ ਸਾਲ ਹੋ ਗਏ ਨੇ, ਲੇਕਿਨ ਬਹਾਦਰੀ ਵਾਸਤੇ ਸਾਲ ਨਹੀਂ ਹੁੰਦੇ। ਬਹਾਦਰੀ ਸਦਾ ਵਾਸਤੇ ਹੀ ਲੋਕ ਯਾਦ ਰੱਖਦੇ ਨੇ ਔਰ ਈਸ਼ਰ ਸਿੰਘ ਦਾ ਨਾਮ ਸਦਾ ਹੀ ਜਾਏਗਾ। ਅੱਜ ਅਸੀਂ ਇਹ ਦੱਸਿਆ ਮੈਨੂੰ ਕਿ ਇੱਥੇ ਇੱਕ ਯਾਦਗਾਰ ਬਣਾ ਰਹੇ ਨੇ। ਸਾਡਾ ਗੁਰਦੁਆਰਾ ਸਾਹਿਬ ਹੈ ਜਿਹੜਾ ਸਾਹਮਣੇ ਮੈਂ ਦੇਖ ਰਿਹਾ, ਇਹ ਉਹਨਾਂ ਦੀ ਯਾਦਗਾਰ ਉਦੋਂ ਬਣਾਈ ਸੀ, ਇੱਕ ਅੰਮ੍ਰਿਤਸਰ ਬਣਾਈ ਸੀ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ। ਔਰ ਅੱਜ ਖੁਸ਼ੀ ਮੈਂ ਅੱਜ ਅਖਬਾਰ 'ਚ ਪੜ੍ਹਿਆ ਕਿ UK ਵਿੱਚ ਵੁਲਵਰਹੈਂਪਟਨ ਵਿੱਚ ਇੱਕ ਹੌਲਦਾਰ ਈਸ਼ਰ ਸਿੰਘ ਦਾ ਉੱਥੇ ਸਟੈਚੂ ਬਣਾ ਰਹੇ ਨੇ ਔਰ ਉਹ ਕੁਛ ਤਾਂ ਸੰਗਤ ਨੇ ਪੈਸੇ ਕੀਤੇ ਨੇ, ਕੁਛ ਵੁਲਵਰਹੈਂਪਟਨ ਦੀ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਪੈਸੇ ਦਿੱਤੇ ਨੇ ਔਰ ਅੱਜ ਦੇ ਦਿਨ ਉਹਨੂੰ ਵੀ ਉਹ ਯਾਦਗਾਰ ਨੂੰ ਸਾਰੀ ਦੁਨੀਆ ਦੇ ਸਾਹਮਣੇ ਰੱਖਿਆ ਜਾਵੇਗਾ। ਤੋ ਇਹ ਯਾਦਗਾਰਾਂ ਸਿੰਘਾਂ ਦੀਆਂ ਔਰ ਬਹਾਦਰਾਂ ਦੀਆਂ, ਚਾਹੇ ਕੋਈ ਵੀ ਹੋਣ, ਹਿੰਦੁਸਤਾਨ ਦੀ ਫੌਜ ਦੇ ਨੇ, ਸਾਡੇ ਲੋਕ ਨੇ ਔਰ ਮੈਨੂੰ ਖੁਸ਼ਕਨਸੀਬੀ ਕਿ ਮੇਰੀ ਰੈਜੀਮੈਂਟ ਦੇ ਨੇ ਔਰ ਕਿ ਮੈਂ ਅੱਜ ਇਸ ਦਿਨ 'ਚ ਤੁਹਾਡੇ ਨਾਲ ਹੋ ਸਕਿਆ। ਵਾਹਿਗੁਰੂ ਕਰੇ ਉਹਨਾਂ ਨੂੰ ਪਰਿਵਾਰਾਂ ਨੂੰ ਸੁਖੀ ਰੱਖਣ ਔਰ ਉਹ ਜਿਹੜੀ ਸਾਡੀਆਂ ਬਹਾਦਰ ਸ਼ਖਸੀਅਤਾਂ ਉਹਨਾਂ ਦੇ ਆਪਣੇ ਸੱਚੇ ਦਰਬਾਰ 'ਚ ਪਹੁੰਚੇ ਹੋਏ ਨੇ, ਆਪਣੇ ਚਰਨਾਂ 'ਚ ਨਵਾਜਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ। ਥੈਂਕ ਯੂ ਸਰ। ਸੋ ਸਾਰਾਗੜ੍ਹ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। 124ਵੀਂ ਬਰਸੀ ਅੱਜ ਮਨਾਈ ਜਾ ਰਹੀ ਹੈ ਔਰ ਕੁੱਲ ਮਿਲਾ ਕੇ ਪੂਰਾ ਇਤਿਹਾਸ ਦੱਸਿਆ ਗਿਆ ਸੀਐਮ ਕੈਪਟਨ ਅਮਰਿੰਦਰ ਸਿੰਘ ਵੱਲੋਂ, ਕਿਉਂਕਿ ਖੁਦ ਵੀ ਫੌਜੀ ਜਵਾਨ ਰਹੇ ਨੇ ਔਰ
ਖਾਸ ਤੌਰ ਤੇ ਅਗਰ ਸ਼ਹੀਦਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਸ਼ਰਧਾਂਜਲੀ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੀ ਸੁਖ ਸ਼ਾਂਤੀ ਵੀ ਮੰਗਦੇ ਹੋਏ ਕੈਪਟਨ ਅਮਰਿੰਦਰ ਸਿੰਘ ਨਜ਼ਰ ਆਏ ਨੇ। ਇਹ ਵੀ ਦੱਸਿਆ ਕਿ ਕਾਰਨ ਅੱਜ ਮੈਂ ਨਹੀਂ ਪਹੁੰਚ ਸਕਿਆ ਕਿਉਂਕਿ ਬਰਸਾਤ ਜਿਹੜੀ ਹੈ ਉਹ ਸਵੇਰ ਵੇਲੇ ਤੋਂ ਹੀ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਸੀ, ਸੋ ਕੁਝ ਕਾਰਨਾਂ ਕਰਕੇ ਉਹ ਇਸੇ ਕਰਕੇ ਉੱਥੇ ਨਹੀਂ ਪਹੁੰਚ ਪਾਏ, ਪਰ ਇੱਥੋਂ ਲਾਈਵ ਜੁੜਦੇ ਹੋਏ ਨਜ਼ਰ ਆਏ ਨੇ। ਸੋ ਫਿਰੋਜ਼ਪੁਰ ਦੇ ਵਿੱਚ ਸੂਬਾ ਪੱਧਰੀ ਸਮਾਗਮ ਜ਼ਰੂਰ ਰੱਖਿਆ ਗਿਆ ਜਿੱਥੇ ਕਿ ਸਾਰਾਕੜੀ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ। 124 ਸਾਲ ਪਹਿਲਾਂ ਠੀਕ ਅੱਜ ਦੇ ਹੀ ਦਿਨ ਸ਼ਹਾਦਤ ਹੋਈ ਸੀ ਸ਼ਹੀਦਾਂ ਦੀ, ਔਰ ਅੱਜ ਦੇ ਹੀ ਦਿਨ ਉਹ ਲੜਾਈ ਜਿਹੜੀ ਹੈ ਯਾਦ ਕਰਾਈ ਹੈ। ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕਿ ਕਿਵੇਂ 8:45 ਵਜੇ ਜਿਹੜਾ ਉਹ ਹਮਲਾ ਬੋਲਿਆ ਗਿਆ ਔਰ 4:30 ਵਜੇ ਦੇ ਕਰੀਬ ਸਾਰਾ ਕੁਝ ਜਿਹੜਾ ਵੇਖਣ ਨੂੰ ਮਿਲਿਆ, ਉਹ ਸਾਰਾ ਇਤਿਹਾਸ ਫਰੋੜਦੇ ਹੋਏ ਨਜ਼ਰ ਆਏ ਨੇ ਸੀਐਮ ਕੈਪਟਨ ਅਮਰਿੰਦਰ ਸਿੰਘ। ਤੇ ਨਾਲ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ। ਸੂਬਾ ਪੱਧਰੀ ਸਮਾਗਮ ਜਿਹੜਾ ਆਯੋਜਿਤ ਕੀਤਾ ਗਿਆ। ਤੇ ਫਿਲਹਾਲ ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ ਔਰ ਜਲਦੀ ਵਾਪਸ ਆਵਾਂਗੇ।